ਤੇ ਹੁਣ ਆਪਾਂ ਸ਼ੁਰੂ ਕਰਦੇ ਹਾਂ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾਵਾਂ ਬਾਰੇ, ਉਹਨਾਂ ਦੇ ਕਵੀਆਂ ਬਾਰੇ। ਗੁਰੂ ਗੋਬਿੰਦ ਸਿੰਘ ਜੀ ਦੇ 52 ਕਵੀ ਸੀਗੇ। ਉਹਨਾਂ ਵਿੱਚੋਂ ਅਣੀ ਰਾਏ, ਅੰਮ੍ਰਿਤ ਰਾਏ, ਆਲਮ ਰਾਏ, ਬੱਲਭ, ਬ੍ਰਹਮ ਭੱਟ, ਬ੍ਰਜਲਾਲ, ਨੰਦ ਲਾਲ, ਨਿਹਾਲ, ਮੰਗਲ, ਗੁਰਦਾਸ, ਟਹਿਕਣ, ਕੰਕਣ, ਜੈਤਾ, ਸੈਨਾਪਤੀ ਤੇ ਸਿਆਮ। ਹੋਰ ਵੀ ਬਥੇਰੇ ਨੇ। ਆ ਜ਼ਿਆਦਾ ਪ੍ਰਮੁੱਖ ਕਵੀ ਹੈ, ਉਹਨਾਂ ਦਾ ਵਰਣਨ ਹੈ ਅਧਿਕਤਰ ਥਾਵਾਂ ਤੇ ਆਉਂਦਾ ਹੈ। ਤਾਂ ਜਦੋਂ ਵੀ ਆਪਾਂ ਯਾਦ ਕਰਦੇ ਹਾਂ, ਭਾਵੇਂ ਆਪਾਂ ਸਿੱਧਾ ਯਾਦ ਕਰ ਲਈਏ, ਪਰੰਤੂ ਜੇ ਕੋਈ ਵੀ ਚੀਜ਼ ਤਰਤੀਬ ਦੇ ਵਿੱਚ ਰੱਖੀ ਹੋਵੇ, ਹੋਰ ਆਪਾਂ ਦਿਮਾਗ ਦੇ ਅੰਦਰ ਵੀ ਆਪਾਂ ਇਹਨਾਂ ਚੀਜ਼ਾਂ ਨੂੰ, ਜਿਹੜੇ ਆਪਣੇ ਕੰਟੈਂਟਾਂ ਨੂੰ ਤਰਤੀਬ ਦੇ ਵਿੱਚ ਰੱਖ ਲੈਂਦੇ ਹਾਂ, ਤਾਂ ਆਪਾਂ ਨੂੰ ਯਾਦ ਰਹਿ ਜਾਂਦਾ ਹੈ। ਤਾਂ ਇਸ ਵਿੱਚ ਐਵੇਂ ਕੀਤਾ ਗਿਆ, ਜਿਹੜੇ ਐ ਨਾਮ ਵਾਲੇ ਅੱਖਰ ਨੇ, ਐ ਨਾਮ ਤੋਂ ਜੁੜੇ ਆ, ਉਹਨਾਂ ਨੂੰ ਪਹਿਲਾਂ ਰੱਖਿਆ ਅਣੀ ਰਾਏ, ਅੰਮ੍ਰਿਤ ਰਾਏ, ਆਲਮ ਰਾਏ। ਰਾਏ ਰਾਏ ਦਾ ਨਾਂ ਲੱਗਿਆ ਹੋਇਆ, ਐ ਤੋਂ ਸ਼ੁਰੂ, ਫਿਰ ਬੈ, ਫਿਰ ਬੈ ਦੇ ਉੱਤੇ ਬੱਲਭ, ਬ੍ਰਹਮ ਭੱਟ ਤੇ ਬ੍ਰਿਜ ਲਾਲ। ਬੈ ਬੈ ਵਾਲੇ ਤਿੰਨ ਹੋ ਗਏ। ਫਿਰ ਉਸ ਤੋਂ ਬਾਅਦ ਇਹਦੇ ਨਾਲ ਲਾਲ ਲੱਗਿਆ ਨੰਦ ਲਾਲ, ਬ੍ਰਜ ਲਾਲ, ਨੰਦ ਲਾਲ, ਨਿਹਾਲ, ਮੰਗਲ, ਇਹਨਾਂ ਦੇ ਪਿੱਛੇ ਲੈ ਲੈ ਲੱਗਿਆ ਹੋਇਆ ਭਾਈ। ਔਰ ਉਸ ਤੋਂ ਬਾਅਦ ਗੁਰਦਾਸ, ਫਿਰ ਆਏ ਕਣ ਕਣ, ਸ਼ਹਿ ਕਣ, ਕੰਕਣ। ਫਿਰ ਉਸ ਤੋਂ ਬਾਅਦ ਜੈਤਾ, ਹੁਸੈਨਾ, ਸੈਨਾ ਆ ਗਈ ਬਈ, ਸੈਨਾ ਆ ਗਈ, ਹੁਸੈਨਾ, ਸੈਨਾ, ਸੈਨਾਪਤੀ ਤੇ ਸਿਆਮ। ਆ ਸੈ ਦੇ ਉੱਤੇ ਸੈਨਾ, ਸੈਨਾਪਤੀ ਤੇ ਸਿਆਮ ਬਾਈ। ਤੁਸੀਂ ਆਪਣੇ ਢੰਗ ਨਾਲ ਵੀ ਯਾਦ ਕਰ ਸਕਦੇ ਹੋ, ਪਰੰਤੂ ਮੇਰੀ ਕੋਸ਼ਿਸ਼ ਇਹ ਰਹਿੰਦੀ ਹੈ ਕਿ ਹਰ ਇੱਕ ਤਰੀਕਾ ਦੱਸਿਆ ਜਾਵੇ ਯਾਦ ਕਰਨ ਦਾ। ਤੁਹਾਨੂੰ ਜਿਹੜਾ ਵੀ ਪਸੰਦ ਹੋਵੇ, ਜਾਂ ਤੁਸੀਂ ਜਿਹੜਾ ਵੀ ਤਰੀਕਾ ਅਪਣਾਉਂਦੇ ਹੋ, ਕਿਉਂਕਿ ਜਿਹੜਾ ਵੀ ਤਰੀਕਾ ਤੁਹਾਨੂੰ ਪਸੰਦ ਆਵੇ, ਜਿਸ ਤਰੀਕੇ ਨਾਲ ਤੁਸੀਂ ਪੜ੍ਹਾਈ ਕਰ ਰਹੇ ਹੋ, ਤੁਹਾਨੂੰ ਜ਼ਿਆਦਾ ਸਮਝ ਆ ਰਿਹਾ ਹੈ। ਯਾਦ ਕਰਨ ਦਾ ਇੱਕ ਵੱਖਰਾ ਵੱਖਰਾ ਤਰੀਕਾ ਬੱਚਿਆਂ ਦਾ ਹੁੰਦਾ ਹੈ। ਕੋਈ ਕਹਾਣੀ ਕਰਦਾ ਹੈ, ਕੋਈ ਸਿੰਗਲ ਕਨੈਕਟ ਕਰਦਾ ਹੈ, ਕੋਈ ਕਰਮ ਦੇ ਵਿੱਚ ਲਗਾਉਂਦਾ ਹੈ। ਤੇ ਜਿਹੜਾ ਤੁਹਾਡਾ ਤਰੀਕਾ ਹੈ, ਉਸ ਨੂੰ ਹੀ ਤੁਸੀਂ ਹੋਰ ਬਿਹਤਰ ਕਰੋ ਇਸ ਤਰੀਕੇ ਨਾਲ। ਉਹਦੇ ਵਿੱਚੋਂ ਇੱਕ ਤਰੀਕਾ ਮੈਂ ਤੁਹਾਨੂੰ ਅੱਜ ਦੱਸਿਆ ਹੈ। ਇਹ ਦਰਬਾਰੀ ਕਵੀ ਨੇ ਗੁਰੂ ਜੀ ਦੇ 52, ਉਹਨਾਂ ਵਿੱਚੋਂ ਪ੍ਰਮੁੱਖ ਕਵੀ ਹੈ ਜਿਹੜੇ, ਉਹਦੇ ਬਾਰੇ ਦੱਸਿਆ ਹੈ। ਔਰ ਇਹਨਾਂ ਕਵੀਆਂ ਤੋਂ ਗੁਰੂ ਸਾਹਿਬ ਨੇ ਕਈ ਗ੍ਰੰਥਾਂ ਦਾ ਅਨੁਵਾਦ ਵੀ ਕਰਾਇਆ। ਔਰ 5 ਸਿੱਖ ਸੀ ਜਿਹੜੇ, ਉਹ ਕਾਸ਼ੀ ਭੇਜੇ। ਕਾਸ਼ੀ ਦੇ ਵਿੱਚ ਉਹਨਾਂ ਨੇ ਉੱਥੋਂ ਵਿਦਿਆ ਪ੍ਰਾਪਤ ਕੀਤੀ, ਤੇ ਇਸ ਕਾਰਨ ਉਹਨਾਂ ਨੂੰ ਨਿਰਮਲੇ ਸਿੱਖ ਵੀ ਕਹਿੰਦੇ ਨੇ। ਇਹਨਾਂ ਤੋਂ ਕਵੀਆਂ ਤੋਂ ਗੁਰੂ ਸਾਹਿਬਾਂ ਨੇ ਜਿਹੜਾ ਅਨੁਵਾਦਿਤ ਰਚਨਾਵਾਂ ਕਰਾਈਆਂ, ਉਹ ਨੇ ਦੇਵੀ ਭਾਗਵਤ, ਵਿਸ਼ਨ ਭਾਗਵਤ, ਮਹਾਭਾਰਤ, ਵਿਸ਼ਨੂੰ ਪੁਰਾਣ, ਹਿਤੋਪਦੇਸ਼, ਉਪਨਿਸ਼ਦ ਸਾਹਿਤ, ਮਨੂ ਸਮ੍ਰਿਤੀ, ਚਾਣਕ ਨੀਤੀ। ਉਸ ਸਮੇਂ ਦੇ ਪ੍ਰਮੁੱਖ ਮਤਲਬ ਇਹ ਜਿਹੜੇ ਗ੍ਰੰਥ ਨੇ, ਬੜੇ ਪ੍ਰਮੁੱਖ ਗ੍ਰੰਥ ਨੇ ਹਿੰਦੂ ਧਰਮ ਦੇ। ਤਾਂ ਉਹਨਾਂ ਸਾਰਿਆਂ ਨੂੰ ਕੀ ਕਹਿੰਦੇ ਹੈ ਕਿ ਅਨੁਵਾਦ ਕਰਾਇਆ। ਤੇ ਆਪਾਂ ਜਦੋਂ ਇਸ ਨੂੰ ਧਿਆਨ ਰੱਖੀਏ, ਤਾਂ ਆਪਾਂ ਆ ਧਿਆਨ ਰੱਖਣਾ ਹੈ ਕਿ ਜਿਨ੍ਹਾਂ ਦਾ ਅਨੁਵਾਦ ਕਰਾਇਆ ਉਹ ਉਸ ਸਮੇਂ ਦੇ ਬੜੇ ਹੀ ਫੇਮਸ ਗ੍ਰੰਥ ਸਨ। ਔਰ ਉਹਨਾਂ ਦੀ ਗੱਲ ਕੀਤੀ ਜਾਵੇ, ਦੇਵੀ ਭਾਗਵਤ, ਵਿਸ਼ਨ ਭਾਗਵਤ, ਮਹਾਭਾਰਤ, ਵਿਸ਼ਨੂੰ ਪੁਰਾਣ, ਹਿਤੋਪਦੇਸ਼, ਉਪਨਿਸ਼ਦ, ਮਨੂ ਸਮ੍ਰਿਤੀ, ਚਾਣਕ ਨੀਤੀ ਬੜੇ ਪ੍ਰਸਿੱਧ ਔਰ ਉੱਚ ਪਾਏ ਦੇ ਸਨ। ਇਸ ਕਾਰਨ ਉਹਨਾਂ ਦਾ ਅਨੁਵਾਦ ਕਰਵਾਇਆ ਗਿਆ। ਤਾਂ ਇੱਕ ਹੀ ਅਧਿਆਤਮਕ ਕੰਟੈਂਟ ਨਾਲ ਸੰਬੰਧਿਤ ਹੈ, ਔਰ ਉਸ ਦੇ ਸਮੇਂ ਦੀਆਂ ਪ੍ਰਸਿੱਧ ਰਚਨਾਵਾਂ ਸੀ, ਅੱਜ ਵੀ ਪ੍ਰਸਿੱਧ ਨੇ, ਉਸ ਸਮੇਂ ਵੀ ਪ੍ਰਸਿੱਧ ਸਨ। ਤਾਂ ਆਪਾਂ ਨੂੰ ਪਤਾ ਲੱਗ ਗਿਆ। ਤੇ ਇਸ ਹਿਸਾਬ ਨਾਲ ਜਦੋਂ ਆਪਾਂ ਸੋਚਦੇ ਹਾਂ, ਤਾਂ ਇੱਕ ਦੋ ਵਾਰ ਰੀਡਿੰਗ ਲੈਂਦੇ ਹਾਂ, ਤਾਂ ਆਪਾਂ ਨੂੰ ਚੰਗਾ ਯਾਦ ਹੋ ਜਾਂਦਾ ਹੈ। ਉਸ ਤੋਂ ਬਾਅਦ ਦਸਮ ਗ੍ਰੰਥ ਦੇ ਅੰਦਰ ਜਿਹੜੇ 3 ਗ੍ਰੰਥ ਨੇ, ਦਸਮ ਗ੍ਰੰਥ ਵੱਖ ਪ੍ਰਾਪਤ ਹੋਏ ਨੇ। ਉਹਨਾਂ ਤੋਂ ਜੇ ਬਾਣੀ ਦਾ ਕਰਮ ਲਈਏ, ਤਾਂ ਸਭ ਤੋਂ ਪਹਿਲਾਂ ਜਾਪ ਸਾਹਿਬ, ਉਸ ਤੋਂ ਬਾਅਦ ਅਕਾਲ ਉਸਤਤ, ਪਰਮਾਤਮਾ ਦੀ ਉਸਤਤ ਕੀਤੀ ਗਈ ਹੈ। ਬਚਿੱਤਰ ਨਾਟਕ ਗੁਰੂ ਗੋਬਿੰਦ ਸਿੰਘ ਜੀ ਦੇ, ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਬਾਰੇ ਇਹਦੇ ਵਿੱਚ ਦੱਸਿਆ ਹੋਇਆ ਹੈ। ਚੰਡੀ ਚਰਿੱਤਰ 1, ਚੰਡੀ ਚਰਿੱਤਰ 2, ਤੇ ਉਸ ਤੋਂ ਬਾਅਦ ਵਾਰ ਦੁਰਗਾ ਕੀ, ਚੰਡੀ ਦੀ ਵਾਰ ਜਿਹਨੂੰ ਕਹਿੰਦੇ ਨੇ, ਸ੍ਰੀ ਭਗਵਤੀ ਜੀ, ਵਾਰ ਸ੍ਰੀ ਭਗਵਤੀ ਜੀ ਕੀ। ਫਿਰ ਉਸ ਤੋਂ ਬਾਅਦ ਗਿਆਨ ਪ੍ਰਬੋਧ, ਫਿਰ 24 ਅਵਤਾਰ ਹੈ। 24 ਅਵਤਾਰ ਤੋਂ ਬਾਅਦ ਬ੍ਰਹਮਾ ਦੇ 7 ਅਵਤਾਰਾਂ ਦਾ ਵਰਣਨ ਹੈ। ਔਰ ਉਸ ਤੋਂ ਬਾਅਦ ਰੁਦਰ ਅਵਤਾਰ ਹੈ, ਉਸ ਦਾ ਵਰਣਨ ਹੈ। ਫਿਰ ਆਪਾਂ ਗੱਲ ਕਰੀਏ ਸਵਈਏ, ਇੱਕ ਵਿਸ਼ੇਸ਼ ਪ੍ਰਕਾਰ ਦਾ ਛੰਦ ਹੁੰਦਾ ਬਈ,
ਖਾਲਸਾ ਮਹਿਮਾ, ਇਹਦੇ ਵਿੱਚ ਖਾਲਸਾ ਦੀ ਮਹਿਮਾ ਦਿੱਤੀ ਗਈ ਹੈ। ਸ਼ਸਤਰ ਨਾਮ ਮਾਲਾ, ਸ਼ਸਤਰਾਂ ਦਾ ਇਹਦੇ ਵਿੱਚ ਬਖਾਨ ਕੀਤਾ ਗਿਆ ਹੈ। ਉਸ ਤੋਂ ਬਾਅਦ ਚਰਿਤਰੋਪਖਿਆਨ, ਚਰਿੱਤਰ ਦੇ ਬਾਰੇ ਦੱਸਿਆ ਗਿਆ ਹੈ, ਬਹਿਸਤਰੀ ਚਰਿੱਤਰ ਬਾਰੇ। ਲਾਸਟ ਜਫਰਨਾਮਾ, ਫਤਿਹ ਦੀ ਚਿੱਠੀ। ਇਹਨਾਂ ਦੀ ਇੱਕ ਇੱਕ ਦੇ ਉੱਤੇ ਆਪਾਂ ਕਰਾਂਗੇ ਸੰਖੇਪ ਦੇ ਵਿੱਚ ਚਰਚਾ, ਕਿਉਂਕਿ ਆ ਜਿਹੜੇ ਗ੍ਰੰਥ ਨੇ ਉਹ ਬ੍ਰਿਜ ਭਾਸ਼ਾ ਦੇ ਵਿੱਚ ਲਿਖੇ ਗਏ ਨੇ। ਇਹਦੇ ਚੋਂ ਜਫਰਨਾਮਾ ਹੈ ਜਿਹੜਾ ਉਹ ਫਾਰਸੀ ਭਾਸ਼ਾ ਦੇ ਵਿੱਚ ਲਿਖਿਆ ਗਿਆ ਹੈ। ਸਿਰਫ ਜਫਰਨਾਮਾ ਫਾਰਸੀ ਭਾਸ਼ਾ 'ਚ ਲਿਖਿਆ ਗਿਆ, ਬਾਕੀ ਸਾਰੇ ਬ੍ਰਿਜ ਭਾਸ਼ਾ 'ਚ ਲਿਖਿਆ ਹੈ। ਔਰ ਪੰਜਾਬੀ 'ਚ ਚੰਡੀ ਦੀ ਵਾਰ ਤੇ ਇੱਕ ਖਿਆਲ, ਆ ਖਿਆਲ ਹੈ ਬਈ। ਔਰ ਆਪਣੇ ਰਾਜਸਥਾਨ ਬੋਰਡ ਦੀ ਜਿਹੜੀ ਕਿਤਾਬ ਹੈ ਉਹਦੇ ਵਿੱਚ ਵੀ ਆ ਦਿੱਤਾ ਹੋਇਆ ਹੈ, ਤੇ ਇਸ ਨੂੰ ਵੀ ਆਪਾਂ ਸਮਝਾਂਗੇ। ਔਰ ਆ ਵੀ ਸਮਝਾਂਗੇ ਕਿ ਆਪਾਂ ਕਿਸ ਤਰੀਕੇ ਨਾਲ ਪੜ੍ਹੀਏ, ਕਿਸ ਤਰੀਕੇ ਨਾਲ ਸਮਝੀਏ ਕਿ ਆਪਾਂ ਨੂੰ ਦਿਮਾਗ ਦੇ ਵਿੱਚ ਜਲਦੀ ਸਮਝ ਆ ਜਾਵੇ। ਬੜਾ ਹੀ ਖਿਆਲ ਜਿਹੜੀ ਰਚਨਾ ਹੈ ਉਹ ਇੱਕ ਪ੍ਰਕਾਰ ਦਾ ਖਿਆਲ ਹੀ ਹੁੰਦਾ ਬਈ। ਖਿਆਲ, ਸਮਰਤੀ, ਇਹ ਖਿਆਲ ਤੋਂ ਹੀ ਸੰਬੰਧਿਤ ਹੈ। ਗੁਰੂ ਸਾਹਿਬ ਦੇ ਮਨ ਵਿੱਚ ਜੋ ਖਿਆਲ ਸੀਗਾ ਉਹ ਸੰਬੋਧਨ ਰੂਪ ਦੇ ਵਿੱਚ ਵਰਣਨ ਕੀਤਾ ਗਿਆ ਹੈ। ਔਰ ਇਸ ਵਿੱਚ ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ, ਤੁਧ ਬਿਨ ਰੋਗ ਰਜਾਈਆਂ ਦਾ ਓਢਣ, ਨਾਗ ਨਿਵਾਸਾਂ ਦਾ ਰਹਿਣਾ, ਸੂਲ ਸੁਰਾਹੀ ਖੰਜਰ ਪਿਆਲਾ, ਬਿੰਗ ਕਸਾਈਆਂ ਦਾ ਸਹਿਣਾ, ਯਾਰੜੇ ਦਾ ਸਾਨੂੰ ਸੱਥਰ ਚੰਗਾ, ਪੱਟ ਖੇੜਿਆਂ ਦਾ ਰਹਿਣਾ। ਆ ਹੈਗਾ। ਤੇ ਬਾਣੀ ਦੇ ਵਿੱਚ ਅਗਰ ਤੁਸੀਂ ਸਹੀ ਥਾਂ ਤੇ ਵਿਸਰਾਮ ਲਗਾ ਦਿੰਦੇ ਹੋ ਤਾਂ ਤੁਹਾਨੂੰ ਉਹਦੀ ਜਿਹੜੀ ਹੈ ਜ਼ਿਆਦਾ ਸਮਝ ਬਣ ਜਾਂਦੀ ਹੈ ਬਾਣੀ ਦੇ ਪ੍ਰਤੀ। ਅਗਰ ਸਹੀ ਥਾਂ ਤੁਸੀਂ ਰੁਕ ਗਏ, ਸਹੀ ਥਾਂ ਵਿਸਰਾਮ ਲੱਗ ਗਿਆ, ਬਾਕੀ ਤੁਹਾਨੂੰ ਜਿਹੜੇ ਵਰਡ ਮੀਨਿੰਗ ਨੇ ਉਹ ਵੀ ਆਣੇ ਚਾਹੀਦੇ ਹੈ ਚੰਗੀ ਤਰ੍ਹਾਂ। ਹੁਣ ਆਪਾਂ ਜੇ ਗੱਲ ਕਰੀਏ ਇਸ ਸ਼ਬਦ ਨੂੰ ਸਮਝਣਾ ਹੈ, ਬੜਾ ਹੀ ਸੌਖਾ ਸਮਝ ਔਰ ਬੜੇ ਹੀ ਸੌਖੇ ਤਰੀਕੇ ਨਾਲ ਤੁਹਾਨੂੰ ਪਤਾ ਲੱਗ ਜਾਵੇਗਾ। ਜਿਵੇਂ ਮਿੱਤਰ ਪਿਆਰੇ ਨੂੰ ਸੰਬੋਧਨ ਸ਼ੈਲੀ ਦਾ ਪ੍ਰਯੋਗ ਕੀਤਾ ਗਿਆ। ਉਸ ਪਰਮਾਤਮਾ ਨੂੰ, ਪਿਆਰੇ ਮਿੱਤਰ ਨੂੰ ਸੰਬੋਧਨ ਕਰਕੇ ਗੁਰੂ ਸਾਹਿਬ ਨੇ, ਗੁਰੂ ਗੋਬਿੰਦ ਸਿੰਘ ਜੀ ਨੇ ਆਖਿਆ ਹੈ, ਹਾਲ ਮੁਰੀਦਾਂ ਦਾ ਕਹਿਣਾ। ਹਾਲ ਮੁਰੀਦਾਂ, ਮੁਰੀਦ ਮਾਨਾ ਚੇਲਾ ਹੁੰਦਾ ਬਈ, ਇਸ ਚੇਲੇ ਦਾ ਹਾਲ ਦੱਸਣਾ ਹੈ। ਜਦੋਂ ਗੁਰੂ ਸਾਹਿਬ ਸਰਸਾ ਨਦੀ ਦੇ ਵਿਛੋੜੇ ਤੋਂ ਬਾਅਦ, ਅਨੰਦਪੁਰ ਸਾਹਿਬ ਤੋਂ ਬਾਅਦ ਸਰਸਾ ਨਦੀ ਦੇ ਵਿਛੋੜੇ ਤੋਂ ਬਾਅਦ ਮਾਛੀਵਾੜੇ ਦੇ ਜੰਗਲ ਦੇ ਵਿੱਚ ਪਹੁੰਚੇ ਤਾਂ ਮਾਛੀਵਾੜੇ ਦੇ ਜੰਗਲ ਦੇ ਵਿੱਚ ਉਹਨਾਂ ਨੂੰ ਖਿਆਲ ਆਇਆ। ਔਰ ਉਸ ਖਿਆਲ ਤੋਂ ਸੰਬੰਧਿਤ ਹੈ ਜਿਹੜੀ ਇਹ ਰਚਨਾ। ਔਰ ਇਸ ਦੇ ਵਿੱਚ ਪਰਮਾਤਮਾ ਨੂੰ ਸੰਬੋਧਨ ਕੀਤਾ ਗਿਆ ਹੈ, ਆਤਮਾ ਤੇ ਪਰਮਾਤਮਾ ਦੀ ਗੱਲ ਕੀਤੀ ਗਈ ਹੈ। ਹਾਲ ਮੁਰੀਦਾਂ ਦਾ ਕਹਿਣਾ, ਇਸ ਚੇਲੇ ਦਾ ਹਾਲ ਹੈ, ਉਸ ਪਰਮਾਤਮਾ ਨੂੰ ਕਹਿਣਾ ਹੈ। ਫਿਰ ਅੱਗੇ ਤੁਧ ਬਿਨ ਰੋਗ ਰਜਾਈਆਂ ਦਾ ਓਢਣ, ਤੁਧ ਬਿਨ ਤੇਰੇ ਬਿਨਾ, ਰੋਗ ਹੈ, ਰਜਾਈਆਂ ਦਾ ਓਢਣਾ, ਤੇਰੇ ਬਿਨਾ ਰਜਾਈਆਂ ਦਾ ਓਢਣਾ ਵੀ ਰੋਗ ਹੈ। ਕਹਿਣ ਦਾ ਭਾਵ ਪਰਮਾਤਮਾ ਤੋਂ ਬਿਨਾ ਜਿਹੜੇ ਵੱਡੇ ਵੱਡੇ ਗਲੀਚੇ ਗਧਿਆਂ ਦੇ ਉੱਤੇ ਆਪਾਂ ਆਰਾਮਦਾਇਕ ਜ਼ਿੰਦਗੀ ਜੀਨੇ ਹਾਂ ਉਹ ਰੋਗ ਹੈ, ਇੱਕ ਬਿਮਾਰੀ ਹੈ। ਇਹ ਇਹਦਾ ਭਾਵ ਅਰਥ ਹੈ। ਜਦੋਂ ਆਪਾਂ ਨੂੰ ਸ਼ਬਦਕ ਅਰਥ ਸਮਝ ਆ ਜਾਂਦਾ ਹੈ ਤਾਂ ਫਿਰ ਭਾਵ ਅਰਥ ਉਸ ਤੋਂ ਅਗਲਾ ਪੜਾ ਉਹ ਵੀ ਆਪਾਂ ਨੂੰ ਸਮਝ ਆ ਜਾਵੇਗਾ। ਫਿਰ ਉਸ ਤੋਂ ਬਾਅਦ ਨਾਗ ਨਿਵਾਸਾਂ ਦਾ ਰਹਿਣਾ। ਨਿਵਾਸ ਭਾਈ, ਨਿਵਾਸ ਸਥਾਨ, ਮਹਿਲਾਂ ਦੇ ਵਿੱਚ ਰਹਿਣਾ। ਨਾਗਾਂ ਨਾਲ, ਸੱਪਾਂ ਦੇ ਨਾਨ ਰਹਿਣ ਦੇ ਤੁਲ ਹੈ। ਇੱਥੇ ਤੁਲਨਾ ਕੀਤੀ ਹੈ ਗੁਰੂ ਸਾਹਿਬ ਨੇ ਬਈ ਉਸ ਪਰਮਾਤਮਾ ਤੋਂ ਬਿਨਾ ਰਜਾਈਆਂ ਦਾ ਓਢਣ, ਚੰਗੇ ਗਲੀਚਿਆਂ, ਰਜਾਈਆਂ ਦਾ, ਸੋਫਿਆਂ ਦਾ, ਚੰਗੀ ਜੀਵਨ ਜਾਚ ਦਾ ਆਨੰਦ ਮਾਣਨਾ ਰੋਗ ਹੈ, ਬਿਮਾਰੀ ਹੈ। ਔਰ ਵੱਡੇ ਵੱਡੇ ਮਹਿਲਾਂ ਦੇ ਵਿੱਚ ਇੱਕ ਆਰਾਮਦਾਇਕ ਜ਼ਿੰਦਗੀ ਬਿਤਾਣੀ, ਉਸ ਪਰਮਾਤਮਾ ਨੂੰ ਭੁੱਲ ਕੇ ਉਹ ਸੱਪਾਂ ਦੇ ਰਹਿਣ ਦੇ ਤੁਲ ਹੈ, ਬਰਾਬਰ ਹੈ। ਹੁਣ ਅੱਗੇ ਹੈ ਸੂਲ ਸੁਰਾਹੀ। ਜਿਹੜੀ ਸੁਰਾਹੀ ਹੈ ਉਹ ਸੂਲ ਵਾਂਗ ਹੈ, ਕੰਡੇ ਵਾਂਗ ਚੁਭਦੀ ਹੈ। ਅਯਾਸ ਦੀ ਅਯਾਸੀ ਪ੍ਰਸਤ ਹੈਗੀ ਹੈ ਬਈ ਸੁਰਾਹੀ, ਪਾਣੀ ਪੀਣ ਲਈ ਯੂਜ਼ ਕਰਦੇ ਆ ਔਰ ਕਈ ਦਾਰੂ ਵਾਸਤੇ, ਇਸ ਵਾਸਤੇ। ਤੇ ਉਹ ਸੁਰਾਹੀ ਹੈ, ਜਿਹੜਾ ਸੁਰਾਹੀ ਦਾ ਇੱਥੇ ਲਿੱਤਾ ਗਿਆ ਹੈ ਰੂਪਕ। ਸੂਲ ਸੁਰਾਹੀ, ਉਹ ਜਿਹੜੀ ਸੁਰਾਹੀ ਹੈ ਪਾਣੀ ਪੀਣ ਵਾਲੀ, ਉਹ ਸੂਲ ਦੇ ਬਰਾਬਰ ਹੈ, ਕੰਡੇ ਦੀ ਤਰ੍ਹਾਂ ਚੁਭ ਰਹੀ ਹੈ। ਖੰਜਰ ਪਿਆਲਾ, ਔਰ ਜਿਹੜਾ ਪਿਆਲਾ ਹੈ ਪੀਣ ਵਾਲਾ ਉਹ ਖੰਜਰ ਦੇ ਸਮਾਨ ਹੈ।
जे परमात्मा नहीं है तो। उस तो बाद बिंग कसाइयां दा सहना, क्योंकि कसाई है जिहड़ी सूअर होंदी है उनकी चमड़ी बड़ी मोटी होंदी है, उस नूं मारन वास्ते वो बिंग है वो अंदर मारदे आ, फिर अंदर एवें जे कंडा जा होंदा है तिखा जा बिल्कुल एवें, और वो अंदर वाड़ के उन्होंने कमा देंदे है, क्योंकि सूअर की चमड़ी मोटी होंदी है, उनके अंदर जाके वो कमा के उन्होंने मार देंदे है। तो इस तरीके का दुख है बंदा भोगता है परमात्मा तो बिना। बिंग कसाइयां दा सहना, कसाइयां दे बिंग कह सहन दे समान है, जिवें वो भला वो बिंग मार के सूअर नूं मारदे है, बकरे नूं हलाल करदे है, किसी नूं भी करदे है, तो उस दे दौरान है कि इन्ना दुखदाई जीवन है परमात्मा तो बगैर। फिर अगे यारड़े दा सानू सत्थर चंगा, सत्थर बई पल्लड़, यारड़े दा जिथे चंगा ना थां होवे, कोई दिक्कत नहीं, तप्पड़ की व्यवस्था होवे या कोई, यारड़े दा सानू सत्थर चंगा, उस यार दा परमात्मा दा सानू सत्थर चंगा है। पट खेड़िया दा रहना और वो खेड़िया दा रहना पट दे समान है। इत्थे गुरु साहब ने, इत्थे गुरु साहब ने हीर, हीर रूपी अपने आप को हीर समझते हुए संबोधन किया है, क्योंकि हीर की सी, हीर खेड़े व्याही हुई सी, खेड़े अमीर करे व्याही सी, उत्थे ऐशप्रस्त है जो वो जिंदगी जी रही सी, परंतु फिर भी उनके मन विच आराम नहीं सीगी, नहीं सीगा रांझे तो बगैर, वो गरीबी हालत च रांझे नाल रह के भी खुश सी। इसी प्रकार गुरु साहब दसदे ने, गुरु गोबिंद सिंह जी, बई यारड़े दा सानू सत्थर चंगा, सानू तां यारड़े दा जिहड़ा उनका जो छोटी जीवन जाच है वो गरीब भी है तां भी सानू मंजूर है, परंतु दूजियां दा अगर वड्डे महल माड़ी च ऐस प्रस्त जिंदगी सानू मंजूर नहीं, सानू गरीबी मंजूर है। हीर दे रूप च गुरु साहब कहंदे है कि जे उस प्यारे परमात्मा नाल मैनू रहना मिल जावे तो गरीबी च रहना मंजूर है, पर जे रहना ना मिले तो मैनू महलों दे विच भी रहना मंजूर नहीं है बई। अच्छा, इत्थे पूछे खंजर की होंदा, खंजर, खंजर होंदा भी छुरा, छुरा खंजर, छुरा छोटा होंदा है, छुरी छोटी होंदी है सब्जी कट्टण वास्ते, फिर छुरा थोड़ा वड्डा। खंजर की होंदा है कि छुरे वर्गा होंदा है और थोड़ा वड्डा होंदा है, मारन लई उन्होंने इस्तेमाल किया जाता है बई, बंदे नूं मारना होवे खंजर मारो और थोड़ा जा घुमा दो, बस इन्ने च बंदा मर जाता है, यह है खंजर। ठीक है बई, तो इस तरीके नाल जदों आपां आराम नाल पढ़दे हां ते आपां नूं इह तुहानूं इस कारण कराया गया है कि जदों तुसीं 11वीं की किताब पढ़ो, भावें 10वीं की किताब पढ़ो, 12वीं की किताब पढ़ो, कोई भी किताब पढ़ो, तुसीं इस तरीके नाल पढ़नी है और बड़े प्यार नाल पढ़नी है, समझ समझ के पढ़नी है। जदों एक बार आपां समझ लिया फिर आपां भुलांगे नहीं, जे आपां सीधा एवें रट्टा मारदे हैगे हैं तो फिर उनके प्रति समझ ही नहीं बनाते। इस तो बाद एवें होगा, इस तरीके नाल समझ समझ के पढ़ोगे और इस तो बाद कोई ईजा एग्जाम दे विच मान लो कि कोई ईजा विशा आ गया जिहड़ा कि तुसीं नहीं पढ़िया होया, परंतु तुहाडी जिहड़ी वर्ड मीनिंग है जिहड़े वो तुहानूं चंगी तरह आंदे आ, कोई शब्द पुछ लेंदे तुसीं उहनूं एक दो बार, दो तीन बार लाइन नूं दोबारा पढ़दे हो सही तरीके नाल तां हल जिहड़ा वो हो जाएगा बई, इन्ना आपां नूं दिक्कत नहीं आवेगी। हाँ, तो इस दे विच परमात्मा के बारे ख्याल करते हुए गुरु साहब ने दसिया है बई मनु तो गरीबी की, निमरता की, गरीबी की जिंदगी है वो मंजूर है, परंतु मैं रहना परमात्मा नूं है, परमात्मा नूं भुलना नहीं है। ये गुरु साहब इत्थे उदाहरण इन्हें हीर का उदाहरण दिता है, हीर के उदाहरण राही ये गल समझ आई है बई। इस दे विच इत्थे तक अगर किसी नूं कोई भी ना कुछ शंका होवे तो वो चैट बॉक्स लिख सकता है बई। हुण उस तो बाद आपां दसम ग्रंथ दे जिहड़े रचनावां ने उस बारे चर्चा करते हैं। जाप साहब जिहड़ी बाणी है उसनूं तां आपां कल कर लिया सी बई। उस तो बाद अगली बाणी जे आपां गल करिए अकाल उस्तत दी, उस दी आपां गल करांगे। अकाल उस्तत नाम तो ही आपां नूं पता लगता है, अकाल उस परमात्मा के नाम लिए इस्तेमाल किया गया, उस्तत उस परमात्मा की उस्तत बारे बई। अकाल उस्तत अकाल पुरख ते उसके पसारे दे बारे दसिया गया है और एंड विच 271 छंद ने। अखीरला छंद अद्धा है हिंदी, पूर्वी हिंदी ते ब्रज भाषा दे विच आ लिखिया गया है बई।
अकाल उस्तत, इनका विशा सब तो पहला जो विशा की गल की जाए तो परमात्मा की उस्तत है भाई, जिवें कि नाम तो ही पता लगता है परमात्मा की उस्तत, तो उसके पसारे बारे भी दसिया है भाई किस तरीके परमात्मा ने आ सारा जिहड़ी धरती बनाई है, आपां सारियां नूं बनाया है, उस बारे उनके पसारे बारे उनकी सर्व व्यापकता के बारे दसिया गया है। और इनदे विच ही तव प्रसाद सवैये जिहड़ी बाणी आपां पढ़दे हैं, तव प्रसाद जिहड़ी रचना शामिल है, इस विच शामिल है। कल भी तुहानूं दस्सिया सी बई तव प्रसाद सवैये इस विच शामिल है। और इन्हां दी जिहड़ी संख्या है वो 10 है। सवैया एक प्रकार का छंद बई हुंदा है। और इनकी भाषा है जिहड़ी वो पूर्वी हिंदी ते ब्रिज है। और इहदे विच अगर पदां की गल की जाए, पदां की गल की जाए तो वह हैगे ने 271 छंद, 271 छंद हैगे है। बंद भी कह सकते हैं आपां नूं, वो हैगे इस दे विच। ते एक जाप साहब, अकाल उस्तत ते सवैये, ये जेड़े है गुरमत विचारधारा आसे दे अनुरूप ने। बाकी बाणी है जिहड़ी वो गुरमत विचारधारा नाल मेल नहीं खाती। इसी कारण कहा जाता है कि शायद ये रचना गुरु गोबिंद सिंह जी की ना होवे। फिर उस तो बाद अगर आप गल करिए बचित्र नाटक की, बई बचित्र नाटक, बचित्र नाटक जिहड़ी रचना है वो गुरु साहब दे जिहड़े दार्शनिक ते इतिहासिक जीवन नूं दर्शांदी है। गुरु साहब का जिहड़ा पुराणिक जीवन है उस विच दस्सिया गया है। बचित्र नाटक के अंदर गुरु साहब ने दस्सिया है किवें मैं इस धरती के उत्ते आया, परमात्मा ने इस धरती के उत्ते मैनूं भेजिया, जिहड़ी लोकां दे मरे हुए जमीर है उन्होंने जिंदा करन लई, लोकां नूं जगाउण लई, इस उन्होंने अध्यात्मकता के राह दे तुरन लई जिहड़ा दार्शनिक ते इतिहासिक जीवन नूं पुराणिक विधि राही दर्शाया गया है। जिहड़ी कि विधियां होंदियां ने पुराणिक विधि, जिस दस्सिया जाता है कि परमात्मा दे राही भेजिया गया, उन्होंने फिर एक खालसा पंथ की साधना की, इस बारे दस्सिया गया है। परंतु इस दे विच की है कि जिहड़ा बचित्र नाटक है उनकी जिहड़ी आपां तारीख देखिए तो लगभग 1696-97 तक पहुंचती है। 1696-97 तक लगभग गुरु जी के पहले जिहड़े 30 साल ने, पहले 30 साल ने उन्हों का वर्णन है। परंतु वर्णन जिहड़ा किया गया है वो पुरानी कथा के आधारित ते किया गया है। और उनदे विच दस्सिया गया है कि किस प्रकार परमात्मा की कृपा नाल इत्थे जन्म होया और परमात्मा ने ही मेरे राही जिहड़े है ये काम करवाए ने, इस तरीके नाल सारा उन्होंने दस्सिया है। परंतु इहदे विच 1699 ईस्वी दे विच जिहड़ी खालसा साधना हुई है, खालसा पंथ की स्थापना हुई है, उस बारे कोई जिक्र नहीं है। तो उस दे बारे कोई जिक्र नहीं है तो ये विद्वान लोग ये कहते हैं कि जिहड़ी आ रचना है 1696-97 तो पहली दी रचना हो सकती है, क्योंकि इस दे विच गुरु साहब ने 1696-97 जिहड़े पहले 30 साल ने उनके जीवन बारे दस्सिया है। और इत्थे जन्म लैण दा जिहड़ा उन्हां दा कारण सीगा, किस कारण उन्होंने उन्हां दा जन्म होया, उन्हां दे उद्देश, उन्हां दे टीचे सी जिहड़े, उस दे बारे दस्सिया गया है। और वो सारे उद्देश इन्हां ने बाद च वो पूर्ण कीते और बाद च खालसा साधना की, उस तो बाद जंग युद्ध वगैरह वो लड़े। परंतु इहदे विच जिहड़ा वर्णन है 1996-97 तक का है, खालसा साधना का वर्णन है इहदे विच नहीं है। बचित्र नाटक दे विच की है कि गुरु साहब की समझते सी दुनिया नूं एक खेड तमाशा समझते सन, जीवन नूं एक खेड तमाशा समझते सन। इसी कारण इनका नाम है जो उन्होंने रखा है बचित्र नाटक,
खेड तमाशे कारण, क्योंकि ये जिहड़ा खेड तमाशा है वो परमात्मा का रचिया होया है, परमात्मा दे आपां खड़ावे हैं इत्थे खेड के और फिर आपां वापस तुर जाना है। तो बचित्र नाटक गुरु साहब दी इतिहासक ते पौराणिक विधि राही जीवन वर्णन, बई जीवन का वर्णन दसिया गया, परंतु जो समा है वह है 1696-97 तक। 1696-97 तो उस तो पहले के 30 साल के जीवन के बारे दसिया गया है। और इन खालसा साधना है जी आनंदपुर साहब के 1699 खालसा पंथ की स्थापना की। खालसा साधना की कोई चर्चा नहीं है बई, इस बारे कोई चर्चा नहीं है। इस तो पता लगता है कि यह जी रचना है 1699 तो पहला की रचना है, तो इसका यह कार्य काल इनका रखे है बई। और इन 14 अध्याय है, 14 अध्याय है, अध्याय वंडे हुए 1 अध्याय 2 अध्याय 3 अध्याय एवं करके 14 अध्यायों के अंदर 471 छंद है बई। इस दे विच बचित्र नाटक है गुरु साहब की जीवनी और 1696-97 तक 14 अध्याय है और 471 इन छंद ने आ है भी इत्थे तक। फिर उस तो बाद आप पढ़ चुके हैं काल उस्तर ते बचित्र नाटक बारे। इन जी भाषा है वह ब्रिज है बई, ब्रिज भाषा। वैसे एग्जामिनर को यह चाहिए कि वह पंजाबी भाषा के विचों ही पूछे ब्रिज भाषा की रचनावां बारे, परंतु फिर भी आप संखेप रूप से इनकी चर्चा कर रहे हैं। फिर उस तो बाद आप गल करते हैं चंडी चरित्र की। चंडी चरित्र है वो अपने 10वें ग्रंथ के अंदर 3 बार आया है बई। चंडी चरित्र 1, चंडी चरित्र 1 हिंदी दे विच, चंडी चरित्र 2 ब्रिज दे विच, और फिर है चंडी दी वार। इन तीनों की जी कथा हैगी है वो की हैगी है कि मार्कंडे पुराण की कथा ते आधारित है। ये जी आधारित है वो मार्कंडे पुराण की जी कथा है, जिस दुर्गा की कथा है 81 तो लैके 94 अध्याय दे विच जिहड़ी कथा का बखान होया उसी कथा नूं उन्होंने चंडी चरित्र 1 दे विच हिंदी च समझाया है, 233 बंद ने, दूजी च ब्रिज भाषा समझाया है 262 बंद ने, और चंडी दी वार च पंजाबी च बखान किया है 55 पौड़ियां बई। ये आपां कल पढ़ लिया सीगा, हिंदी दे विच है और इन दे अंदर 233 बंद बई। और सैकंड ब्रिज भाषा के अंदर 262 छंद कह लो भावें बंद कह लो, छद्दाबंदी की रचना है। चंडी दी वार दे विच 55 पौड़ियां कल आप विस्तार नाल पढ़िया सी इहदे बारे। और इत्थे जिहड़ा माता दा वो शक्ति नूं मन्निया गया है, उस परमात्मा की कृपा दे राही इत्थे शक्ति दे निर्गुण स्वरूप की गल की है, सरगुण स्वरूप की गल नहीं की है चंडी दी वार दे अंदर। यह चीज तुसी ध्यान रखनी है क्योंकि सिख पंथ है वो निर्गुण विचारधारा उत्ते आधारित है। ये चंडी दी वार तो संबंधित जड़ियां उहदे विच लिखी हुई सीगियां। चंडी चरित्र 1 हिंदी नाल संबंधित 233 बंद, 2 चंडी चरित्र 2 है भाई, उस तो बाद चंडी चरित्र 2 लिखा हुआ है ब्रिज भाषा के अंदर 262 के छंद बंद ने, और फिर चंडी दी वार 55 पौड़ियां पंजाबी दे विच एक ही कथा है भाई, सब दे विच मारकंडे पुराण ते आधारित है 81 तो लैके 94।
ਅਧਿਆਏ ਦੇ ਵਿੱਚ ਜੋ ਕਥਾ ਹੈਗੀ ਹੈ ਉਸੇ ਨੂੰ ਬਿਆਨ ਕੀਤਾ ਗਿਆ ਹੈ। ਹਾਂਜੀ, ਸਵਾਲ ਹੈ ਜਿਹੜਾ ਇਹਦਾ ਲਾਸਟ ਚ ਗੱਲ ਕਰਾਂਗੇ ਬਈ। ਖੋਸਾ ਜੀ ਤੁਸੀਂ ਸ਼ਾਇਦ ਕਲਾਸ ਲੇਟ ਅਟੈਂਡ ਕੀਤੀ ਹੈ, ਇਸ ਤੋਂ ਪਹਿਲਾਂ ਆਪਾਂ ਚਰਚਾ ਕੀਤੀ ਸੀ। ਡਾਊਨ ਸੈਸ਼ਨ ਚ ਦੁਬਾਰਾ ਚਰਚਾ ਕਰਾਂਗੇ ਇਸ ਬਾਰੇ। ਹਾਂ, ਫਿਰ ਉਸ ਤੋਂ ਬਾਅਦ ਅਗਰ ਆਪਾਂ ਗੱਲ ਕਰੀਏ ਤਾਂ ਇਸ ਤੋਂ ਬਾਅਦ ਹੈ 24 ਅਵਤਾਰ। 24 ਅਵਤਾਰ ਦੇ ਅੰਦਰ ਪੁਰਾਣਾ ਵਿੱਚ ਵਿਸ਼ਨੂੰ ਦੇ ਜਿਹੜੇ 24 ਅਵਤਾਰ ਨੇ ਉਹਨਾਂ ਬਾਰੇ ਦੱਸਿਆ ਗਿਆ ਹੈ। 24 ਅਵਤਾਰ ਹੈ ਬਈ। ਵਿਸ਼ਨੂੰ ਦੇ ਜਿਹੜੇ 24 ਅਵਤਾਰ ਨੇ ਉਸ ਬਾਰੇ ਬਈ। चौबी अवतारा बारे ब्रज भाषा च बई। फिर उस तो बाद खालसा महिमा, खालसा महिमा है बई। ਜਿਹੜੀ ਖਾਲਸਾ ਮਹਿਮਾ ਦੇ ਅੰਦਰ ਕੀ ਹੈ, ਖਾਲਸਾ ਦਾ ਬਖਾਨ ਕੀਤਾ ਗਿਆ, ਉਹਨਾਂ ਦੀ ਮਹਿਮਾ ਦਾ ਬਖਾਨ ਕੀਤਾ ਗਿਆ ਔਰ ਗੁਰੂ ਸਾਹਿਬ ਨੇ ਆਪਣੀਆਂ ਜਿੱਤਾਂ ਦਾ ਸਾਰਾ ਸਹਿਰਾ ਹੈ ਜਿਹੜਾ ਉਹ ਖਾਲਸੇ ਨੂੰ ਦਿੱਤਾ ਹੈਗਾ। ਉਹ ਕਹਿੰਦੇ ਆ ਕਿ ਜਿੰਨੇ ਵੀ ਇਹ ਜਿੱਤਾਂ ਹੈ ਉਹਦੇ ਪਿੱਛੇ ਜੇ ਬਹੁਤ ਵੱਡਾ ਯੋਗਦਾਨ ਰਿਹਾ ਤਾਂ ਉਹ ਖਾਲਸੇ ਦਾ ਰਿਹਾ ਹੈ। ਪਰੰਤੂ ਨਾਲ ਦੇ ਨਾਲ ਉਹਨਾਂ ਨੂੰ ਇਹ ਚੇਤਾਵਨੀ ਵੀ ਦਿੱਤੀ ਹੈ ਵੀ ਖਾਲਸਾ ਉਹੀ ਹੈ ਜਿਹੜਾ ਰਹਿਤ ਮਰਿਆਦਾ ਦੇ ਅੰਦਰ ਰਹਿੰਦਾ ਹੈ, ਰਹਿਤ ਮਰਿਆਦਾ ਦਾ ਪੂਰਨ ਰੂਪ ਤੇ ਪਾਲਣ ਕਰਦਾ ਹੈਗਾ, ਉਹੀ ਮੇਰਾ ਸਿੱਖ ਹੈਗਾ। ਜਿਹੜਾ ਰਹਿਤ ਦੇ ਅੰਦਰ ਨਹੀਂ ਰਹਿੰਦਾ ਉਹ ਸਿੱਖ ਨਹੀਂ ਹੈ, ਉਹ ਖਾਲਸਾ ਨਹੀਂ ਹੈ। ਤਾਂ ਖਾਲਸਾ ਨੂੰ ਹਦਾਇਤ ਵੀ ਦਿੱਤੀ ਹੈਗੀ ਉਹਨੂੰ ਕਿ ਰਹਿਤ ਮਰਿਆਦਾ ਦਾ ਪਾਲਨ ਕਰਨਾ ਹੈ। ਜਿਹੜੀਆਂ ਰਹਿਤ ਮਰਿਆਦਾ ਜਿਸ ਤਰੀਕੇ ਦੀ ਜੀਵਨ ਜਾਂਚ ਸਿੱਖ ਵਿਚਾਰਧਾਰਾ ਦੇ ਅੰਦਰ ਦਿੱਤੀ ਹੈ, ਖਾਲਸੇ ਨੂੰ ਉਹੀ ਜੀਵਨ ਜਾਂਚ ਜੀਣੀ ਹੈਗੀ ਹੈ। ਜੇ ਉਹ ਉਹੀ ਜੀਵਨ ਜਾਂਚ ਨਹੀਂ ਜਿੰਦਾ, ਰਹਿਤ ਮਰਿਆਦਾ ਦਾ ਪਾਲਨ ਨਹੀਂ ਕਰਦਾ ਤੇ ਉਹ ਸਿੱਖ ਨਹੀਂ ਅਖਵਾ ਸਕਦਾ। ਹੋਰ ਗੁਰੂ ਸਾਹਿਬ ਨੇ ਦੱਸਿਆ ਹੈ ਕਿ ਜਿਹੜਾ ਵੀ ਬੰਦਾ ਰਹਿਤ ਮਰਿਆਦਾ ਦੇ ਅੰਦਰ ਰਹਿੰਦਾ ਹੈ ਔਰ ਉਹ ਖਾਲਸਾ ਰਹਿੰਦਾ ਹੈ, ਉਸ ਉੱਤੇ ਪ੍ਰਮਾਤਮਾ ਦੀ ਪੂਰਨ ਤੌਰ ਤੇ ਕਿਰਪਾ ਰਹਿੰਦੀ ਹੈ। ਔਰ ਉसी ਖਾਲਸਾ ਦੇ ਕਾਰਨ ਖਾਲਸਾ ਦੀਆਂ ਜਿੰਨੇ ਵੀ ਉਹਨਾਂ ਨੇ ਜੰਗਾਂ ਕੀਤੀਆਂ, ਯੁੱਧਾਂ ਕੀਤੀਆਂ, ਜੋ ਵੀ ਉਹ ਦੱਸਿਆ, ਉਹਨਾਂ ਨੇ ਕਿਹਾ ਕਿ ਇਹਦੇ ਪਿੱਛੇ ਬਹੁਤ ਵੱਡਾ ਯੋਗਦਾਨ ਹੈ ਜਿਹੜਾ ਉਹ ਖਾਲਸਾ ਦਾ ਹੈਗਾ ਹੈ। ਇਹਦੇ ਵਿੱਚ ਖਾਲਸਾ ਦੇ ਮਹਿਮਾ ਦਾ ਬਖਾਨ ਕੀਤਾ ਗਿਆ, ਉਹਨਾਂ ਦਾ ਮਹਿਮਾ ਮੰਡਨ ਕੀਤਾ ਗਿਆ ਔਰ ਆਪਣੀ ਸਾਰੀਆਂ ਜੰਗਾਂ, ਯੁੱਧਾਂ, ਜਿੱਤਾਂ ਦਾ ਸਾਰਾ ਸਹਿਰਾ ਹੈ ਜਿਹੜੇ ਉਹ ਗੁਰੂ ਗੋਬਿੰਦ ਸਿੰਘ ਖਾਲਸਾ ਨੂੰ ਦਿੰਦੇ ਨੇ। ਖਾਲਸਾ ਮਹਿਮਾ ਇਹਦਾ ਵਿਸ਼ਾ ਹੈ ਬਈ। ਖਾਲਸਾ ਦੀ ਮਹਿਮਾ ਨਾਮ ਤੋਂ ਹੀ ਸੰਬੰਧਿਤ ਹੈ ਬਈ ਇਹਦਾ ਵਿਸ਼ਾ ਖਾਲਸਾ ਦੀ ਮਹਿਮਾ। ਔਰ ਮੈਂ ਤੁਹਾਨੂੰ ਇਸ ਬਾਰੇ ਦੱਸ ਵੀ ਦਿੱਤਾ ਹੈਗਾ। ਉਸ ਤੋਂ ਬਾਅਦ ਜਿਹੜੀ ਅਗਲੀ ਰਚਨਾ ਹੈ ਉਹ ਸ਼ਸਤਰ ਨਾਮ ਮਾਲਾ ਹੈ ਬਈ। ਸ਼ਸਤਰ ਨਾਮ ਮਾਲਾ ਨਾਮ ਤੋਂ ਹੀ ਜਿਵੇਂ ਕਿ ਪਤਾ ਲੱਗਦਾ ਹੈ ਬਈ ਸ਼ਸਤਰ ਨਾਮ ਮਾਲਾ ਕਹਿਣ ਦਾ ਭਾਵ ਕਿ ਸ਼ਸਤਰਾਂ ਦੀ ਨਾਮ ਦੀ ਮਾਲਾ ਹੈ। ਇਹਦੇ ਵਿੱਚ ਵੱਖ-ਵੱਖ ਸ਼ਸਤਰ ਨੇ ਜਿਹੜੇ ਉਹ ਦਿੱਤੇ ਗਏ ਨੇ। 1318 ਛੰਦ ਹੈ ਇਹਦੇ ਅੰਦਰ। ਹੋਰ ਜਿਹੜਾ ਦੋਹਰਾ ਛੰਦ ਹੈ ਉਹ ਇਹਦੇ ਵਿੱਚ ਪ੍ਰਧਾਨ ਹੈ। ਔਰ ਇਹਦੀ ਜਿਹੜੀ ਸ਼ੈਲੀ ਹੈ ਉਹ ਬੁਝਾਰਤ ਸ਼ੈਲੀ ਹੈ, ਪਹੇਲੀ ਵਾਲੀ ਤਰ੍ਹਾਂ ਪਹੇਲੀਆਂ ਪਾ ਕੇ, ਜਿਹਨੂੰ ਕਿ ਦ੍ਰਿਸ਼ਟੀਕੂਟ ਸ਼ੈਲੀ ਵੀ ਕਹਿੰਦੇ ਆ ਬਈ, ਦ੍ਰਿਸ਼ਟਕੂਟ ਸ਼ੈਲੀ ਵੀ ਕਹਿੰਦੇ ਆ। ਬੁਝਾਰਤਾਂ ਰਾਹੀਂ ਦੱਸਿਆ ਗਿਆ ਹੈ। ਹੋਰ ਫਿਰ ਅਸਤਰ ਦਾ ਵਰਣਨ ਕੀਤਾ ਗਿਆ ਹੈ ਦ੍ਰਿਸ਼ਟੀਕੂਟ ਸ਼ੈਲੀ ਦਾ ਪ੍ਰਯੋਗ ਕਰਦੇ ਹੋਏ ਬੁਝਾਰਤ ਰਾਹੀਂ। ਫਿਰ ਦੂਜੇ ਅਸਤਰ ਦਾ ਫਿਰ ਬੁਝਾਰਤ ਦੇ ਰਾਹੀਂ ਦੱਸਿਆ ਗਿਆ ਹੈ ਅਸਤਰਾਂ ਦੇ ਬਾਰੇ। ਔਰ ਇਹ ਕੀ ਹੈ, ਪੁਰਾਣਿਕ ਕਥਾਵਾਂ ਦੇ ਉੱਤੇ ਆਧਾਰਿਤ ਵਰਣਨ ਹੈ ਜੋ ਉਹ ਕੀਤਾ ਗਿਆ ਹੈ। ਇਹਦੇ 1318 ਛੰਦ ਨੇ। तेरह सौ 18 छंद है शस्त्र नाम माला बई। शस्त्रां दा वर्णन इहदा विषय है। और उस तो बाद इहदी जिहड़ी शैली है वो है दृष्टकूट शैली। दृष्टकूट शैली बारे मैं तुहानू दसदा है। बुझारत शैली हुंदी है बई पहलियां पा के दस्सिया जांदा है, ओनू की कहंदे आ बुझदे है और फिर अगे तो अगे तरतीबवार सारे शस्त्रां दा इहदे विच वर्णन किया गया है। और उस तो बाद है चरित्रोपख्यान। चरित्रोपख्यान है जिहड़ी
ਇਹ ਸਤਲੁਜ ਦੇ ਕੰਢੇ ਤੇ ਬਹਿ ਕੇ ਗੁਰੂ ਸਾਹਿਬ ਨੇ ਰਚੀ ਸੀਗੀ। और ਇਹਦੇ ਵਿੱਚ ਇਸਤਰੀ ਚਰਿੱਤਰ ਦਾ ਵਰਣਨ ਕੀਤਾ ਗਿਆ, परंतु ਜਿਹੜਾ ਇਸਤਰੀ ਚਰਿੱਤਰ ਹੈ ਉਹ ਪੁਰਾਣੀ ਕਥਾਵਾਂ ਦੇ ਉੱਤੇ ਆਧਾਰਿਤ ਜਿੰਨੇ ਜਿੰਨੇ ਇਸਤਰੀ ਦੇ ਚਰਿੱਤਰ ਹੈਗੇ ਹੈ ਉਹਦੇ ਬਾਰੇ ਸਾਰਿਆਂ ਬਾਰੇ ਵਿਸਥਾਰ ਨਾਲ ਇਹਦੇ ਵਿੱਚ ਵਰਣਨ ਕੀਤਾ ਗਿਆ ਹੈ। और ਲਗਭਗ 7555 ਛੰਦ ਹੈ ਜਿਹੜੇ ਇਹਦੇ ਹੈ, और ਇਹਦੇ ਵਿੱਚ 16 ਤਰ੍ਹਾਂ ਦੇ ਪ੍ਰਕਾਰ ਦੇ ਛੰਦ ਹੈ ਜਿਹੜੇ ਵਰਤੇ ਗਏ ਹੈ। ਪ੍ਰਧਾਨ ਭਾਸ਼ਾ ਇਹਦੀ ਬ੍ਰਿਜ ਹੈ, परंतु ਇਹਦੇ ਵਿੱਚ ਪੰਜਾਬੀ, ਫਾਰਸੀ, ਰਾਜਸਥਾਨੀ ਸ਼ਬਦਾਵਲੀ ਤੇ अवधि ਦੀ शब्दावली ਦਾ ਵੀ ਵਰਤੋਂ ਹੋਇਆ ਹੈ। और ऐसी ਚਰਿੱਤਰੋ ਪਖਿਆਨ ਦੇ ਅਖੀਰ ਦੇ ਵਿੱਚ ਚੌਪਈ ਸਾਹਿਬ ਹੈ ਜਿੰਦੇ ਬਾਰੇ ਆਪਾਂ ਕੱਲ ਪੜਿਆ ਸੀਗਾ ਬਈ। ਹੁਣ ਆਪਾਂ ਗੱਲ ਕਰਦੇ ਹਾਂ ਚਰਿੱਤਰੋ ਪਖਿਆਨ ਦੀ ਬਈ। ਚਰਿੱਤਰੋ ਪਖਿਆਨ, चरित्र पखियान मतलब चरित्र ਦਾ ਹੀ ਵਖਿਆਨ ਹੈਗਾ ਹੈ। और ਇਹਦੇ ਵਿੱਚ 7555 ਬੰਦ ਨੇ, 16 ਪ੍ਰਕਾਰ ਦੇ ਛੰਦ ਵਰਤੇ ਗਏ ਨੇ। ਭਾਸ਼ਾ ਹੈ ਜਿਹੜੀ ਉਹ ਹੈ ਬ੍ਰਿਜ ਭਾਸ਼ਾ। और ਹੋਰ ਜਿਹੜੀਆਂ ਭਾਸ਼ਾਵਾਂ ਨੇ जिन्हां दे शब्द वरते है होर भाषावां दे वो है अवधि, राजस्थानी, फारसी, इन्हां भाषावां दे भी शब्द है वो इस विच वरते है। और थां जिथे बह के रचना की वो है सतलुज दा कंढा बई, सतलुज दा कंढा। उस थां ते बह के गुरु साहब ने इंदा है जो किया है लिखिया है। और इंदे अखीर दे विच इंदे अखीर च हैगी है चौपई भी। चौपई साहब की जिहड़ी बाणी है वो इस दे अखीर दे विच है। वो आपां कल इंदे बारे पढ़िया सीगा। हुण तक दा जिहड़ा कराया है इस विच किसी प्रकार की कोई दिक्कत होवे, कुछ पुछना होवे बई, फिर उस तो बाद आप अगे चलते हाँ, अगे गल करते हाँ जफरनामे की बई। जफर फतेह, फतेह की चिट्ठी। जफरनामा गुरु साहब की फारसी दे विच लिखी हुई रचना है। जफर प्लस नामा दो शब्दों नाल बनिया बई। जफर प्लस नामा, नामे माने चिट्ठी हुंदी है, फतेह की चिट्ठी। ये गुरु साहब है जेडे वो दीना कांगड़ पहुंच गए जदों आनंदपुर तो बाद, आनंदपुर के युद्ध तो बाद। और जदों वो दीना कांगड़ मालवे के पिंड दे विच पहुंचे तो उत्थे भाई दया सिंह ते धर्म सिंह दे राही जिहड़ी है औरंगजेब नूं आ चिट्ठी पहुंचाई। और इस चिट्ठी के अंदर जो लिखिया गया है वो लिखिया गया है, जिहड़ी आ चिट्ठी है हित भरी भाषा के अंदर है। औरंगजेब नूं वंगारिया गया है, उनके बारे दसिया गया है बई तू और तेरे जेड़े नुमाइंदे सी वो कुरान दियां झूठियां कसमां उन्होंने खादियां। और कसमां खा के भी उन्होंने जेड़े कुरान दी आयतां सी कुरान नूं बिल्कुल भी ध्यान च नहीं रखिया। झूठियां कसमां खा के उन्होंने अपनी कसम है जिहड़ी वो तोड़ दित्तियां। और किस तरीके नाल जेड़े मेरे पुत्र और जिहड़ा खालसा सारे ही गुरु साहब के पुत्र सी, किस तरीके नाल खालसा ने बड़े ही जोश दे नाल जिहड़ा है कि युद्ध लड़िया ते शहीदियां दित्तियां, इस बारे सारा दसिया गया है। और औरंगजेब नूं वंगारिया गया बई हुण तेरा जिहड़ा समा है वो खात्मे दा जिहड़ा है वो नज़दीक आ गया है, तेरे राज दा अंत होवेगा। और इस दे विच जिहड़े मराठे ने उन्हां दी जिहड़ी शक्ति है, मराठे ते राजपूतां दी जिहड़ी शक्ति दिनों दिन वध रही है उनके बारे भी दसिया है। और जदों ये चिट्ठी औरंगजेब ने पढ़ी तो विद्वान लोग आखते ने कि औरंगजेब ने फिर हिदायतां लिख के भेजियां गुरु साहब नूं लाहौर की तरफ और इस तरफ बई राहत है जिहड़ी वो दित्ती जावे। ते कई हिकायतां भी कहंदे है, हिकायत दा कथा कहानी हुंदा है, इहदे बारे आपां बाद चर्चा करांगे। जफरनामे तो बाद लिखी गई है, परंतु उस तो पहला लिखा गया है जफरनामा फतेह की चिट्ठी। बई औरंगजेब नूं दसिया गया
ਬਈ ਤੂੰ ਅਸੀਂ ਜਿਹੜੇ ਹੈ ਕਿ ਜਿੱਤ ਗਏ, ਭਾਵੇਂ ਸਾਡਾ ਖਾਲਸਾ ਹੈ ਉਹ ਸ਼ਹੀਦ ਹੋ ਗਿਆ, ਮੇਰੇ ਪੁੱਤਰ ਸ਼ਹੀਦ ਹੋ ਗਏ, ਸਭ ਸ਼ਹੀਦ ਹੋ ਗਏ, ਪਰੰਤੂ ਫਿਰ ਵੀ ਕੀ ਕਹਿੰਦੇ ਅਸੀਂ ਜਿੱਤੇ ਹੈ, ਕਿਉਂਕਿ ਲੋਕਾਂ ਦੇ ਅੰਦਰ ਜਿਹੜੀ ਜਿੱਤ ਦੀ ਭਾਵਨਾ ਹੈ ਉਹ ਹਜੇ ਵੀ ਜਿੰਦਾ ਹੈ। ਔਰ ਗੁਰੂ ਸਾਹਿਬ ਨੇ ਜਿਹੜੇ ਯੁੱਧ ਲੜੇ ਸਨ ਉਹ ਸਾਰੇ ਹੀ ਯੁੱਧ ਹੈ ਜਿਹੜੇ ਉਹ ਜਿੱਤੇ ਸਨ ਜਾਂ ਅਨਿਰਣਿਤ ਰਹੇ ਸਨ। ਇਸ ਬਾਰੇ ਕਿਉਂਕਿ ਖਾਲਸਾ ਨੇ ਭਾਵੇਂ ਆਨੰਦ ਸਾਹਿਬ ਦਾ ਯੁੱਧ ਹੋਵੇ, ਭਾਵੇਂ ਚਮਕੌਰ ਦਾ ਯੁੱਧ ਹੋਵੇ, ਕੋਈ ਵੀ ਯੁੱਧ ਹੋਵੇ, ਉਸ ਦੇ ਵਿੱਚ ਬੜੇ ਹੀ ਬਹਾਦਰੀ ਨਾਲ ਲੜੇ ਹੈ। ਔਰ ਇਸੀ ਤੋਂ ਨਾ ਆਪਾਂ ਨੂੰ ਵੀ ਇੱਕ ਮੈਸੇਜ ਲੈਣਾ ਹੈ। ਤੁਸੀਂ ਵੇਖਿਆ ਹੋਵੇਗਾ ਜਿਵੇਂ ਭਾਵੇਂ ਸਾਰਾਗੜ੍ਹੀ ਦਾ ਯੁੱਧ ਸੀ, ਭਾਵੇਂ ਚਮਕੌਰ ਦਾ ਯੁੱਧ ਸੀਗਾ, ਲੱਖਾਂ ਦੀ ਫੌਜ ਸਾਹਮਣੇ ਸੀ ਔਰ ਸਿੰਘ ਬਹੁਤ ਘੱਟ, 40 ਸਿੰਘ, ਔਰ ਲੱਖਾਂ ਦਾ ਸਾਹਮਣਾ ਕੀਤਾ ਉਹਨਾਂ ਨੇ। ਕਿੰਨਾ ਵੱਡਾ ਜਿਗਰਾ ਹੋਵੇਗਾ। ਤੇ ਆਪਣੇ ਵੀ ਜਦੋਂ ਵੈਕੈਂਸੀਆਂ ਘੱਟ ਹੁੰਦੀਆਂ ਨਾ ਤਾਂ ਬਿਲਕੁਲ ਐਵੇਂ ਨਹੀਂ ਸੋਚਣਾ ਚਾਹੀਦਾ ਬਈ 40 ਵੈਕੈਂਸੀਆਂ, 50 ਵੈਕੈਂਸੀਆਂ ਜਾਂ 60 ਵੈਕੈਂਸੀਆਂ ਨਿਕਲੀਆਂ, ਇੱਕ ਦੀ ਵਾਰ 80 ਵੈਕੈਂਸੀ ਆਈ ਜਾਂ 15 ਆਈ, ਨਹੀਂ ਐਵੇਂ ਨਹੀਂ ਸੋਚਣਾ। ਦੇਖੋ ਕਿੰਨੇ ਮਹਾਨ ਲੋਕ ਸੀਗੇ ਜਿਹੜੇ ਕਿ ਲੱਖ ਲੱਖ ਦੇ ਸਾਹਮਣੇ 40 ਬੰਦੇ ਖੜੇ ਹੋ ਗਏ। ਸਾਰਾਗੜ੍ਹੀ ਦਾ ਯੁੱਧ 21 ਬੰਦੇ 10,000 ਦੇ ਸਾਹਮਣੇ ਖੜੇ ਹੋ ਗਏ, ਕਈ ਇਸ ਤੋਂ ਜ਼ਿਆਦਾ ਸੰਖਿਆ ਦੱਸਦੇ ਨੇ। ਕਿੰਨਾ ਵੱਡਾ ਜਜ਼ਬਾ ਹੋਊਗਾ। ਉੱਥੇ ਤਾਂ ਜਾਨ ਦਾ ਵੀ ਖਤਰਾ ਸੀ, ਇੱਥੇ ਕੀ ਜਾਨ ਦਾ ਖਤਰਾ ਹੈ, ਕੋਈ ਖਤਰਾ ਨਹੀਂ, ਆਪਾਂ ਵਧੀਆ ਤਿਆਰੀ ਕਰਨੀ ਹੈ ਔਰ ਉਹ ਜਿਹੜਾ ਹੈ ਇਸ ਬਾਰੇ ਸੋਚਣਾ ਹੈ ਬਈ ਆਪਾਂ ਜਿੱਤਾਂਗੇ ਔਰ ਆਪਣਾ ਸਿਲੈਕਸ਼ਨ ਹੋਊਗਾ। ਇਹ ਜਿਹੜੀ ਵਿਚਾਰਧਾਰਾ ਹੈ ਗੁਰੂ ਗੋਬਿੰਦ ਸਿੰਘ ਜੀ ਦੀ ਵਿਚਾਰਧਾਰਾ ਹੈ, ਉਸ ਨੂੰ 1.25 ਲੱਖ ਸੇਕ ਲੜਾਓ, ਉਹ ਵਾਲੀ ਵਿਚਾਰਧਾਰਾ ਨੂੰ ਆਪਾਂ ਧਿਆਨ ਚ ਰੱਖਣਾ ਹੈ ਔਰ ਪੂਰੇ ਦਿਮਾਗ ਦੇ ਵਿੱਚ ਹਮੇਸ਼ਾ ਇਹ ਧਿਆਨ ਚੀਜ਼ ਰੱਖਣੀ ਹੈ ਬਈ ਆਪਣਾ ਨੰਬਰ ਹੈ ਜੋ ਉਹ ਆਵੇਗਾ, ਆਪਾਂ ਵਧੀਆ ਤਿਆਰੀ ਕਰਾਂਗੇ। ਇਸ ਤਰੀਕੇ ਨਾਲ ਸੋਚਣਾ ਹੈਗਾ ਜਿਹੜਾ ਕਿ ਆਪਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਜਾਂ ਵੱਡੇ ਜਿੰਨੇ ਵੀ ਰਹਿਬਰ ਹੋਏ ਨੇ ਉਹਨਾਂ ਦਾ ਜੇ ਮੈਂ ਗੱਲ ਨਹੀਂ ਕਰੂੰਗਾ ਔਰ ਵਿਸਥਾਰ ਦੇ ਵਿੱਚ ਪੈ ਜਾਵਾਂਗਾ। ਪਰ ਇਹ ਕੀ ਕਹਿੰਦੇ ਆ ਕਿ ਇੱਥੇ ਆਪਾਂ ਜਫਰਨਾਮਾ ਪੜ੍ਹਿਆ ਤੇ ਗੱਲ ਚੱਲੀ ਹੈ ਤੇ ਗੁਰੂ ਸਾਹਿਬ ਦੇ ਬਾਰੇ ਪੜ੍ਹੀ ਹੈ, ਬਹੁਤ ਘੱਟ ਸਿੱਖਾਂ ਨੇ ਬਹੁਤ ਵੱਡੇ ਵੱਡੇ ਕਾਰਨਾਮੇ ਕੀਤੇ, ਤਾਂ ਆਪਾਂ ਵੀ ਕਰ ਸਕਦੇ ਹਾਂ। ਇਸ ਦਾ ਧਿਆਨ ਰੱਖਣਾ ਹੈ ਬਈ। ਹੁਣ ਆਪਾਂ ਗੱਲ ਕਰਦੇ ਹਾਂ ਜਫਰਨਾਮੇ ਦੀ। ਜਫਰਨਾਮਾ ਦੋ ਸ਼ਬਦਾਂ ਨਾਲ ਬਣਿਆ ਹੈ। ਨਾਮੇ ਦਾ ਮਤਲਬ ਚਿੱਠੀ ਹੁੰਦਾ ਹੈ, ਫਤਿਹ ਦੀ ਚਿੱਠੀ, ਫਤਿਹ ਦੀ ਚਿੱਠੀ ਬਈ। ਭਾਸ਼ਾ ਇਹਦੀ ਫਾਰਸੀ ਹੈ ਔਰ 1705 ਦੇ ਵਿੱਚ ਲਿਖੀ ਸੀ ਆ। ਇਹਦਾ ਜਿਹੜਾ ਸਮਾਂ ਹੈ ਉਹ 1705 ਈਸਵੀ ਦਾ ਬਣਦਾ ਹੈ ਔਰ ਮਾਲਵੇ ਦੇ ਪਿੰਡ ਦੀਨਾ ਕਾਂਗੜ ਤੋਂ, ਮਾਲਵੇ ਦੇ ਪਿੰਡ ਥਾਂ, ਮਾਲਵੇ ਦੇ ਪਿੰਡ ਦੀਨਾ ਕਾਂਗੜ ਤੋਂ ਬਈ। ਹੋਰ ਲੈ ਕੇ ਕੌਣ ਗਿਆ ਸੀਗਾ? ਧਰਮ ਸਿੰਘ ਤੇ ਦਇਆ ਸਿੰਘ। ਦਇਆ ਸਿੰਘ ਲੈ ਕੇ ਗਏ ਸੀ ਬਈ ਔਰੰਗਜ਼ੇਬ ਕੋਲ ਅਹਿਮਦਨਗਰ। ਉਦੋਂ ਔਰੰਗਜ਼ੇਬ ਸੀ, ਅਹਿਮਦਨਗਰ ਸੀ ਬਈ, ਉੱਥੇ ਲੈ ਕੇ ਗਏ ਸੀ। ਔਰ ਇਹਦਾ ਜਿਹੜਾ ਵਿਸ਼ਾ ਹੈ ਉਹ ਗੁਰੂ ਸਾਹਿਬ ਦੀਆਂ ਜੰਗਾਂ ਯੁੱਧਾਂ ਦਾ ਵਰਣਨ ਹੈ ਔਰ ਕਿਸ ਤਰੀਕੇ ਨਾਲ ਖਾਲਸਾ ਨੇ ਸ਼ਹਾਦਤਾਂ ਦਿੱਤੀਆਂ ਉਸ ਬਾਰੇ, ਔਰ ਗੁਰੂ ਸਾਹਿਬ ਦੀ ਜਿੱਤ ਹੋਈ ਉਸ ਬਾਰੇ, ਉਹਨਾਂ ਦੇ ਜਿੱਤਾਂ ਦਾ ਵਰਣਨ, ਔਰ ਮਰਾਠਾ ਔਰ ਰਾਜਪੂਤਾਂ ਦੇ बढ़ਦੇ ਪ੍ਰਭਾਵ ਦੇ ਕਾਰਨ ਔਰ ਵੰਗਾਰਿਆ ਕਿ ਕਿਸ ਤਰੀਕੇ ਨਾਲ ਤੇਰੇ ਜਿਹੜੇ ਲੋਕ ਨੇ ਨੁਮਾਇੰਦੇ ਸੀ ਉਹ ਕਿਸ ਤਰੀਕੇ ਨਾਲ ਉਹਨਾਂ ਨੇ ਅਨੀਤੀ ਕੀਤੀ ਇਸ ਦੇ ਬਾਰੇ। ਔਰ ਅਖੀਰ ਦੇ ਵਿੱਚ ਦੱਸਿਆ ਕਿ ਕਿਵੇਂ ਉਹਦਾ ਅੰਤ ਹੋਵੇਗਾ। ਗੁਰੂ ਸਾਹਿਬ ਦੇ ਵਚਨ ਹੋਏ ਅਖੀਰ ਚ ਔਰੰਗਜ਼ੇਬ ਹੈ ਜਿਹੜਾ, ਉਸ ਤੋਂ ਬਾਅਦ ਜਿਹੜੀ ਮੁਗਲ ਸਲਤਨਤ ਹੈ ਜਿਹੜੀ ਉਹ ਢਹਿ ਢੇਰੀ ਹੋ ਗਈ। ਇਹ ਬਈ ਦਿੱਤਾ ਗਿਆ। ਔਰ ਇਸ ਦੇ ਅੰਦਰ ਕੀ ਹੈ ਕਿ ਮੰਗਲਾਚਰਨ ਦੇ 12 ਛੰਦ ਨੇ, ਟੋਟਲ 111 ਛੰਦ ਹੈ। ਮੰਗਲਾਚਰਨ ਦੇ ਹੈ 12 ਔਰ ਫਿਰ ਦਾਸਤਾਨ ਸਿਰਲੇਖ ਚਾਲੂ ਹੁੰਦਾ। ਦਾਸਤਾਨ ਸਿਰਲੇਖ ਹੇਠ 99 ਛੰਦ ਹੈ। ਅਗਰ ਕੁੱਲ ਆਪਾਂ ਗੱਲ ਕਰੀਏ ਤਾਂ ਇਹਦੇ ਅੰਦਰ ਛੰਦਾਂ ਦੀ 111 ਛੰਦ ਹੈ। ਪਹਿਲੇ ਜਿਹੜੇ 12 ਛੰਦ ਨੇ ਉਸ ਦੇ ਵਿੱਚ ਮੰਗਲਾਚਰਨ ਹੈ ਬਾਈ। ਮੰਗਲਾਚਰਨ ਦੀ ਰੀਤੀ ਸ਼ੁਰੂ ਤੋਂ ਹੀ ਰਹੀ ਹੈਗੀ ਹੈ ਬਈ ਰਿਵਾਜ। ਔਰ ਇਸ ਦੇ ਵਿੱਚ ਲਖਾਰੀ ਹੁੰਦਾ, ਉਹ ਸਭ ਤੋਂ ਪਹਿਲਾਂ ਮੰਗਲਾਚਰਨ ਹੈ ਜਿਹੜਾ ਉਹ ਲਿਖਦਾ ਹੈਗਾ। ਇਹਦੇ ਵਿੱਚ ਮੰਗਲਾਚਰਨ ਦੇ 12 ਪਦ ਹੈ ਜਿੰਦੇ ਵਿੱਚ ਪ੍ਰਮਾਤਮਾ ਦੀ ਉਸਤਤ ਕੀਤੀ ਗਈ ਹੈ, ਮੰਗਲ ਗਾਇਨ ਗਾਏ ਗਏ ਹੈ ਪ੍ਰਮਾਤਮਾ ਦੇ। 12 ਛੰਦ ਮੰਗਲਾਚਰਨ ਤੋਂ। ਉਸ ਤੋਂ ਬਾਅਦ 99 ਛੰਦ ਦਾਸਤਾਨ ਸਿਰਲੇਖ ਹੇਠ ਹੈ ਬਈ। ਦਾਸਤਾਨ ਸਿਰਲੇਖ ਹੇਠ 99 ਛੰਦ ਹੈ। ਇਹ ਚੀਜ਼ ਆਪਾਂ ਯਾਦ ਰੱਖਣੀ ਹੈ ਬਈ।
दास्तान सिरलेख 99 99 और 12 111 छंद है। ਇਹ ਇਸ ਤਰੀਕੇ ਨਾਲ ਜਫਰਨਾਮੇ ਦੇ ਅੰਦਰ ਕਿੰਨੇ ਛੰਦ ਹੈ 111 ਮੰਗਲਾਚਰਨ ਦੇ 12 ਔਰ ਉਸ ਤੋਂ ਬਾਅਦ ਦਾਸਤਾਨ ਸਿਰਲੇਖ ਚਾਲੂ ਹੋ ਜਾਂਦਾ ਹੈ ਔਰ ਦਾਸਤਾਨ ਸਿਰਲੇਖ ਦੇ ਅਧੀਨ 99 ਛੰਦ ਨੇ ਟੋਟਲ 111 ਛੰਦ ਨੇ। ਇਹਦਾ ਵਿਸ਼ਾ ਭਾਸ਼ਾ ਫਾਰਸੀ ਇਹ ਸਭ ਕੁਝ ਹੈ ਜੋ ਉਹ ਤੁਹਾਨੂੰ ਦੱਸ ਦਿੱਤਾ ਹੈ। ਇਸ ਤੋਂ ਬਾਅਦ ਕੀ ਕਹਿੰਦੇ ਆ ਕਿ ਚਿੱਠੀ ਤੋਂ ਪ੍ਰਭਾਵਿਤ ਹੋ ਕੇ ਜਿਹੜਾ ਔਰੰਗਜ਼ੇਬ ਸੀਗਾ ਉਹਨੇ ਹਦਾਇਤਾਂ ਭੇਜੀਆਂ ਲਿਖੀਆਂ और लाहौर और सूबे की तरफ बई लोगों को राहत दी जाए वो प्रभावित होके ते कई हकायतों के बारे कहते हैं तो उन्होंने आप गल कर लीए हिकायत का मतलब की होंगे कथा कहानी कहानी कह लो कथा कह लो इस बारे है वो 11 हकायत वो इस तो बाद की कहते हैं कि दर्ज ने ये अज आप जिहड़ा पढ़िया सीगा वो गुरु गोबिंद सिंह जी के बारे आप पढ़िया बई